ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸੰਗਤ ਜੀ। ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ। ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਜੋ ਹੋਰ ਸੰਗਤਾਂ ਨੂੰ ਗੁਰੂ ਨਾਲ ਜੋੜ ਸਕੀਏ, ਕਿਉਂਕਿ ਸਾਡੇ ਚੈਨਲ ਦਾ ਮਕਸਦ ਹੀ ਸੰਗਤਾਂ ਨੂੰ ਗੁਰੂ ਨਾਲ ਜੋੜਨਾ ਹੈ। ਆਓ ਆਪਾਂ ਰਲ ਮਿਲ ਕੇ ਸੇਵਾ ਕਰੀਏ। ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਚਲੋ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ। ਅੱਜ ਦੀ ਇਹ ਘਟਨਾ ਅਮਰੀਕਾ ਦੇ ਵਿੱਚ ਰਹਿਣ ਵਾਲੇ ਇੱਕ ਗੁਰੂ ਸਿੱਖ ਭਾਈ ਹਰਜੀਤ ਸਿੰਘ ਜੀ ਦੀ ਹੈ। ਹਰਜੀਤ ਸਿੰਘ ਜੀ ਹੋਤੀ ਮਰਦਾਨ ਦੀ ਸੰਗਤ ਕਰਦੇ ਸੀ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਹੀ ਉਹਨਾਂ ਨੇ ਉੱਥੋਂ ਅੰਮ੍ਰਿਤ ਪਾਨ ਕੀਤਾ ਸੀ ਅਤੇ ਗੁਰੂ ਦੀ ਕਿਰਪਾ ਸਦਕਾ ਜਦੋਂ ਤੋਂ ਉਹਨਾਂ ਨੇ ਅੰਮ੍ਰਿਤ ਛਕਿਆ ਉਹ ਹਰ ਰੋਜ਼ 33 ਮਾਲਾ ਮੂਲ ਮੰਤਰ ਦੀ ਕਰਨ ਲੱਗੇ। ਲਗਾਤਾਰ ਆਪਣੀ ਜ਼ਿੰਦਗੀ ਦੇ ਨਿਤਨੇ ਬਣਾ ਕੇ ਉਹਨਾਂ ਨੇ 33 ਮਾਲਾ ਮੂਲ ਮੰਤਰ ਦੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸਮਾਂ ਬੀਤਦਾ ਗਿਆ ਅਤੇ ਸਮਾਂ ਪਾ ਕੇ ਭਾਈ ਹਰਜੀਤ ਸਿੰਘ ਜੀ ਅਮਰੀਕਾ ਚਲੇ ਗਏ। ਅਮਰੀਕਾ ਆ ਕੇ ਉਹਨਾਂ ਨੇ ਆਪਣਾ ਨਿਤਨੇਮ ਜਾਰੀ ਰੱਖਿਆ ਤੇ ਉਹ ਹਰ ਰੋਜ਼ ਮੂਲ ਮੰਤਰ ਦਾ ਸਿਮਰਨ ਕਰਦੇ ਸੀ। ਹੁਣ ਭਾਈ ਹਰਜੀਤ ਸਿੰਘ ਜੀ ਤੇ ਵਾਹਿਗੁਰੂ ਦੀ ਬਹੁਤ ਕਿਰਪਾ ਹੋ ਗਈ ਸੀ। ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਅਨੋਖੀ ਗੱਲ ਹੁੰਦੀ ਹੈ। ਭਾਈ ਹਰਜੀਤ ਸਿੰਘ ਜੀ ਦੱਸਦੇ ਹਨ ਕਿ ਅਮਰੀਕਾ ਦੇ ਵਿੱਚ ਇੱਕ ਵਾਰ ਬਹੁਤ ਹੀ ਪਹੁੰਚਿਆ ਹੋਇਆ ਮੁਸਲਮਾਨ ਪੀਰ ਆਇਆ। ਉਸ ਪੀਰ ਦੇ ਮਗਰ ਬਹੁਤ ਦੁਨੀਆ ਲੱਗੀ ਹੋਈ ਸੀ, ਕਿਉਂਕਿ ਉਹ ਪੀਰ ਨੇ ਬਹੁਤ ਹੀ ਛਿਲੇ ਕੱਢੇ ਹੋਏ ਸਨ। ਉਸ ਕੋਲ ਬਹੁਤ ਰਿੱਧੀਆਂ ਸਿੱਧੀਆਂ ਤੇ ਗੈਬੀ ਸ਼ਕਤੀਆਂ ਵੀ ਸਨ। ਬਹੁਤ ਸਾਰੇ ਸਿੱਖ ਲੋਕ ਵੀ ਉਸ ਦੇ ਮਗਰ ਲੱਗੇ ਹੋਏ ਸਨ, ਕਿਉਂਕਿ ਜ਼ਿਆਦਾਤਰ ਲੋਕਾਂ ਦਾ ਝੁਕਾਅ ਸ਼ਕਤੀ ਵੱਲ ਵੱਧ ਹੁੰਦਾ ਹੈ ਅਤੇ ਪਰਮਾਤਮਾ ਵੱਲ ਘੱਟ ਹੁੰਦਾ ਹੈ। ਕਿਸੇ ਸੱਜਣ ਨੇ ਭਾਈ ਹਰਜੀਤ ਸਿੰਘ ਜੀ ਨੂੰ ਕਿਹਾ ਕਿ ਭਾਈ ਸਾਹਿਬ ਕਿ ਪੀਰ ਸਾਹਿਬ ਸਾਡੇ ਸ਼ਹਿਰ ਦੇ ਵਿੱਚ ਆਏ ਹੋਏ ਹਨ, ਉਹ ਬਹੁਤ ਪਹੁੰਚੇ ਹੋਏ ਸਨ, ਚਲੋ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਹਾਂ। ਭਾਈ ਹਰਜੀਤ ਸਿੰਘ ਨੇ ਕਿਹਾ ਕਿ ਮੈਂ ਗੁਰੂ ਦਾ ਸਿੱਖ ਹਾਂ ਅਤੇ ਗੁਰੂ ਘਰ ਜਾ ਕੇ ਗੁਰੂ ਦੇ ਦਰਸ਼ਨਾਂ ਦਾ ਅਭਿਲਾਸੀ ਹਾਂ ਜਾਂ ਫਿਰ ਗੁਰੂ ਦੇ ਦਰਸ਼ਨਾਂ ਦੀ ਤਾਂਘ ਰੱਖਦਾ ਹਾਂ। ਕਿਸੇ ਗੁਰੂ ਸਿੱਖ ਪਿਆਰੇ ਦੀ ਸੰਗਤ ਕਰਨਾ ਪਸੰਦ ਕਰਦਾ ਹਾਂ। ਉਹ ਇੱਕ ਮੁਸਲਮਾਨ ਪੀਰ ਹੈ ਤੇ ਅਸੀਂ ਗੁਰੂ ਦੇ ਸਿੱਖ, ਸਾਡਾ ਤੇ ਉਸ ਦਾ ਕੀ ਸਬੰਧ ਹੈ। ਭਾਈ ਹਰਜੀਤ ਸਿੰਘ ਨੇ ਉਸ ਪੀਰ ਦੇ ਕੋਲ ਜਾਣ ਨੂੰ ਮਨਾ ਕਰ ਦਿੱਤਾ। ਫਿਰ ਉਸ ਸੱਜਣ ਨੇ ਕਿਹਾ ਕਿ ਉਹ ਪੀਰ ਸਾਹਿਬ ਦੇ ਕੋਲ ਬਹੁਤ ਸਾਰੇ ਸਿੱਖ ਵੀ ਜਾਂਦੇ ਹਨ, ਤੁਹਾਡਾ ਉੱਥੇ ਜਾਣ ਦੇ ਲਈ ਕੋਈ ਹਰਜ ਨਹੀਂ। ਭਾਈ ਹਰਜੀਤ ਸਿੰਘ ਨੇ ਕਿਹਾ ਕਿ ਜਾਂਦੇ ਹੋਣਗੇ ਹੋਰ ਸਿੱਖ, ਮੇਰਾ ਮਨ ਨਹੀਂ ਮੰਨਦਾ। ਫਿਰ ਉਹ ਸੱਜਣ ਨੇ ਭਾਈ ਸਾਹਿਬ ਦੇ ਉੱਤੇ ਜਾਣ ਦਾ ਪ੍ਰੈਸ਼ਰ ਪਾਇਆ। ਉਸ ਨੇ ਕਿਹਾ ਕਿ ਜੇਕਰ ਇੱਕ ਵਾਰ ਚਲੇ ਗਏ ਤਾਂ ਕੀ ਫਰਕ ਪੈ ਜਾਵੇਗਾ। ਪੀਰ ਸਾਹਿਬ ਬਹੁਤ ਹੀ ਪਹੁੰਚੇ ਹੋਏ ਹਨ। ਬਾਰ-ਬਾਰ ਉਸ ਸੱਜਣ ਦੇ ਜ਼ੋਰ ਦੇਣ ਤੇ ਭਾਈ ਹਰਜੀਤ ਸਿੰਘ ਜੀ ਉੱਥੇ ਜਾਣ ਲਈ ਤਿਆਰ ਹੋ ਗਏ। ਅਮਰੀਕਾ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਪੀਰ ਸਾਹਿਬ ਨੇ ਰਿਹਾਇਸ਼ ਕੀਤੀ ਹੋਈ ਸੀ। ਉਹ ਸੱਜਣ ਭਾਈ ਹਰਜੀਤ ਸਿੰਘ ਜੀ ਨੂੰ ਲੈ ਕੇ ਉਹਨਾਂ ਦੀ ਰਿਹਾਇਸ਼ ਤੇ ਪਹੁੰਚ ਗਏ। ਉੱਥੇ ਜਾ ਕੇ ਦੇਖਿਆ ਕਿ ਪੀਰ ਸਾਹਿਬ ਨੇ ਆਪਣੀ ਰਿਹਾਇਸ਼ ਤੇ ਉੱਤੇ ਲੰਗਰ ਚਲਾਇਆ ਹੋਇਆ ਸੀ। ਜੇਕਰ ਕੋਈ ਵੀ ਆਉਂਦਾ ਸੀ ਸੇਵਕ ਉਸ ਨੂੰ ਕਹਿੰਦੇ ਸੀ ਪਹਿਲਾਂ ਲੰਗਰ ਛਕੋ ਫਿਰ ਪੀਰ ਸਾਹਿਬ ਦੇ ਦਰਸ਼ਨ ਹੋਣਗੇ। ਬਹੁਤੇ ਲੋਕ ਇਸ ਗੱਲ ਤੇ ਘੱਟ ਵਿਚਾਰ ਕਰਦੇ ਹਨ, ਪਰ ਭਾਈ ਹਰਜੀਤ ਸਿੰਘ ਜੀ ਨੇ ਕਿਸੇ ਸੇਵਕ ਨੂੰ ਪੁੱਛ ਲਿਆ ਕਿ ਲੰਗਰ ਦੇ ਵਿੱਚ ਕੀ ਬਣਾਇਆ ਹੋਇਆ ਹੈ, ਤਾਂ ਕਿਸੇ ਸੇਵਕ ਨੇ ਕਿਹਾ ਕਿ ਇੱਥੇ ਕੁੱਠਾ ਮਾਸ ਰਿੰਨਿਆ ਹੋਇਆ ਹੈ। ਭਾਈ ਸਾਹਿਬ ਨੇ ਦੇਖਿਆ ਕਿ ਉੱਥੇ ਕਈ ਸਿੱਖ ਲੋਕ ਵੀ ਇਹ ਲੰਗਰ ਛਕ ਰਹੇ ਸਨ। ਇਹ ਸਭ ਦੇਖ ਕੇ ਭਾਈ ਹਰਜੀਤ ਸਿੰਘ ਜੀ ਨੇ ਕਿਹਾ ਕਿ ਮੈਂ ਭੁੱਖਾ ਰਹਿ ਲਵਾਂਗਾ, ਪਰ ਮੈਂ ਇਹ ਖਾਣਾ ਨਹੀਂ ਖਾਵਾਂਗਾ। ਫਿਰ ਜਦੋਂ ਭਾਈ ਸਿੰਘ ਨੇ ਇਸ ਖਾਣੇ ਨੂੰ ਖਾਣ ਤੋਂ ਇਨਕਾਰ ਕਰ ਦਿੱਤਾ, ਫਿਰ ਕਿਸੇ ਸੇਵਕ ਨੇ ਅੰਦਰ ਜਾ ਕੇ ਪੀਰ ਸਾਹਿਬ ਨੂੰ ਦੱਸਿਆ ਕਿ ਬਾਹਰ ਇੱਕ ਸਿੱਖ ਆਇਆ ਹੋਇਆ ਹੈ ਅਤੇ ਉਹ ਲੰਗਰ ਛਕਣ ਤੋਂ ਮਨਾ ਕਰ ਰਿਹਾ ਹੈ। ਇਸ ਤਰ੍ਹਾਂ ਮਨਾ ਕਰਨ ਦੇ ਨਾਲ ਉਸ ਪੀਰ ਦੇ ਧਰਮ ਦੀ ਬੇਇੱਜ਼ਤੀ ਸਮਝੀ ਗਈ। ਜਦੋਂ ਪੀਰ ਨੂੰ ਪਤਾ ਲੱਗਿਆ ਤਾਂ ਪੀਰ ਸਾਹਿਬ ਨੇ ਪੁੱਛਿਆ ਕਿ ਕੌਣ ਹੈ ਉਹ ਅਤੇ ਕਿੱਥੇ ਹੈ। ਸੇਵਕ ਤੇ ਇਸ਼ਾਰਾ ਕਰਨ ਤੇ ਪੀਰ ਸਾਹਿਬ ਨੇ ਆਪਣੇ ਕਮਰੇ ਤੋਂ ਬਾਹਰ ਝਾਤੀ ਮਾਰੀ ਅਤੇ ਉਸ ਸਿੱਖ ਵੱਲ ਤੱਕਿਆ। ਕੁਝ ਸਮੇਂ ਬਾਅਦ ਉਹ ਪੀਰ ਆਪਣੇ ਕਮਰੇ ਦੇ ਵਿੱਚੋਂ ਬਾਹਰ ਆਉਂਦਾ ਹੈ। ਉਸ ਪੀਰ ਨੇ ਦੂਰ ਖੜੇ ਹੋ ਕੇ ਜੋ ਕੋਈ ਵੀ ਉਸ ਦੇ ਕੋਲ ਸ਼ਕਤੀ ਸੀ ਉਸ ਦਾ ਪ੍ਰਯੋਗ ਕਰਕੇ ਭਾਈ ਹਰਜੀਤ ਸਿੰਘ ਜੀ ਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ। ਭਾਈ ਹਰਜੀਤ ਸਿੰਘ ਜੀ ਦੱਸਦੇ ਹਨ ਕਿ ਜਦੋਂ ਉਸ ਪੀਰ ਨੇ ਆਪਣਾ ਮੰਤਰ ਦੀ ਸ਼ਕਤੀ ਦਾ
ਪ੍ਰਯੋਗ ਕਰਕੇ ਆਪਣਾ ਪ੍ਰਭਾਵ ਮੇਰੇ ਉੱਤੇ ਪਾਉਣਾ ਚਾਹਿਆ ਤੇ ਉਹ ਫਿਰ ਉਹਨਾਂ ਵੱਲ ਇੱਕ ਤੱਕ ਦੇਖਦਾ ਰਿਹਾ। ਭਾਈ ਹਰਜੀਤ ਸਿੰਘ ਜੀ ਨੂੰ ਕੁਝ ਸਮੇਂ ਪਿੱਛੋਂ ਇਹ ਮਹਿਸੂਸ ਹੋਣ ਲੱਗਿਆ ਕਿ ਉਹਨਾਂ ਦੇ ਸਰੀਰ ਜੜ ਹੋਣ ਲੱਗ ਪਿਆ ਹੈ। ਭਾਈ ਸਾਹਿਬ ਸੋਚਣ ਲੱਗੇ ਕਿ ਇਹ ਕੀ ਹੋ ਰਿਹਾ ਹੈ, ਕਿਉਂਕਿ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਇਹ ਕੌਣ ਕਰ ਰਿਹਾ ਹੈ। ਭਾਈ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਉੱਪਰ ਉਸ ਸਮੇਂ ਗੁਰੂ ਨਾਨਕ ਸਾਹਿਬ ਨੇ ਰਹਿਮਤ ਕੀਤੀ। ਉਹਨਾਂ ਅੰਦਰ ਲਗਾਤਾਰ ਮੂਲ ਮੰਤਰ ਦਾ ਜਾਪ ਚਲੰਤ ਸੀ ਅਤੇ ਉਸ ਸਮੇਂ ਉਹਨਾਂ ਦੀ ਸੂਰਤ ਮੂਲ ਮੰਤਰ ਦੇ ਨਾਲ ਜੁੜ ਗਈ। ਭਾਈ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਫਿਰ ਮੂਲ ਮੰਤਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਫਿਰ ਬਸ 1 ਜਾਂ 2 ਮਿੰਟ ਦੀ ਹੀ ਗੱਲ ਸੀ, ਉਹ ਪੀਰ ਜੋ ਮੰਤਰਾਂ ਦੇ ਨਾਲ ਭਾਈ ਸਾਹਿਬ ਨੂੰ ਆਪਣੇ ਵਸ ਵਿੱਚ ਕਰਨਾ ਚਾਹੁੰਦਾ ਸੀ, ਉਸ ਦਾ ਮੰਤਰ ਉਲਟ ਹੀ ਉਸ ਦੇ ਉੱਪਰ ਪੈ ਗਿਆ। ਇਸ ਤਰ੍ਹਾਂ ਉਲਟ ਮੰਤਰ ਪੈਣ ਦੇ ਕਾਰਨ ਪੀਰ ਨੂੰ ਅਚਾਨਕ ਇੱਕ ਚੱਕਰ ਆਇਆ ਤੇ ਉਹ ਦੂਰ ਜਾ ਕੇ ਡਿੱਗਿਆ ਅਤੇ ਉਸ ਦਾ ਸਿਰ ਕੰਧ ਦੇ ਨਾਲ ਵੱਜਿਆ ਅਤੇ ਸਿਰ ਫਟ ਗਿਆ। ਉਸ ਦੇ ਸਿਰ ਦੇ ਵਿੱਚ ਖੂਨ ਨਿਕਲਣ ਲੱਗਿਆ। ਇਹ ਸਭ ਦੇਖ ਕੇ ਉਸ ਦੇ ਸ਼ਰਧਾਲੂ ਬਿਲਕੁਲ ਘਬਰਾ ਗਏ ਅਤੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ, ਕਿਉਂਕਿ ਇਹ ਅੰਦਰੂਨੀ ਸ਼ਕਤੀਆਂ ਦੀ ਲੜਾਈ ਚੱਲ ਰਹੀ ਸੀ। ਆਖਰ ਭਾਈ ਹਰਜੀਤ ਸਿੰਘ ਜੀ ਨੇ ਮਨ ਵਿੱਚ ਖਿਆਲ ਆਇਆ ਕਿ ਸਾਰਿਆਂ ਦਾ ਧਿਆਨ ਹੁਣ ਉਹਨਾਂ ਵੱਲ ਹੈ, ਕਿਉਂਕਿ ਉਹਨਾਂ ਦਾ ਪੀਰ ਉਹਨਾਂ ਦੇ ਕਹਿਣ ਤੇ ਹੀ ਬਾਹਰ ਆਇਆ ਸੀ। ਉਸਨੇ ਭਾਈ ਸਾਹਿਬ ਦੇ ਉੱਤੇ ਮੰਤਰ ਚਲਾਇਆ ਸੀ ਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਸ ਦਾ ਮੰਤਰ ਉਸ ਦੇ ਉੱਤੇ ਹੀ ਉਲਟ ਪੈ ਗਿਆ। ਕਿਤੇ ਉਸ ਪੀਰ ਦੇ ਮੁਰੀਦ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਨਾ ਫੜ ਲੈਣ। ਇਹ ਸੋਚ ਕੇ ਭਾਈ ਹਰਜੀਤ ਸਿੰਘ ਜੀ ਉੱਥੋਂ ਚਲੇ ਗਏ ਅਤੇ ਆਪਣੇ ਘਰ ਆ ਗਏ। ਪੀਰ ਸਾਹਿਬ ਨੂੰ ਚੁੱਕ ਕੇ ਹਸਪਤਾਲ ਲੈ ਜਾਇਆ ਗਿਆ। ਸਿਰ ਤੇ ਟਾਂਕੇ ਲੱਗੇ। ਇਹ ਕਈ ਦਿਨਾਂ ਬਾਅਦ ਉਸ ਨੂੰ ਛੁੱਟੀ ਮਿਲੀ। ਫਿਰ ਜਦੋਂ ਪੀਰ ਸਾਹਿਬ ਘਰ ਵਾਪਿਸ ਆਏ ਤਾਂ ਉਸਨੇ ਆਪਣੇ ਕੁਝ ਖਾਸ ਸਿੱਖਾਂ ਮੁਰੀਦਾਂ ਨੂੰ ਸੱਦ ਕੇ ਕਿਹਾ ਕਿ ਉਸ ਦਿਨ ਜੋ ਗੁਰੂ ਸਿੱਖ ਆਇਆ ਸੀ ਉਸ ਨੂੰ ਬੁਲਾ ਕੇ ਮੇਰੇ ਕੋਲ ਲੈ ਕੇ ਆਓ। ਸਾਰੇ ਬਹੁਤ ਹੈਰਾਨ ਹੋਏ ਕਿ ਇਸ ਪੀਰ ਨੂੰ ਮਿਲਣ ਦੇ ਲਈ ਲੋਕ ਤਰਸਦੇ ਹਨ ਤੇ ਉਹਨਾਂ ਨੂੰ ਸਮਾਂ ਨਹੀਂ ਮਿਲਦਾ, ਪਰ ਇਹ ਪੀਰ ਗੁਰੂ ਸਿੱਖ ਨੂੰ ਖੁਦ ਮਿਲਣ ਦੇ ਲਈ ਬੁਲਾ ਰਹੇ ਹਨ। ਫਿਰ ਉਹ ਭਾਈ ਸਾਹਿਬ ਦੇ ਘਰ ਗਏ ਅਤੇ ਕਹਿਣ ਲੱਗੇ ਕਿ ਪੀਰ ਸਾਹਿਬ ਤੁਹਾਨੂੰ ਯਾਦ ਕਰ ਰਹੇ ਹਨ ਤੇ ਤੁਸੀਂ ਜ਼ਰੂਰ ਚੱਲੋ। ਤੇ ਭਾਈ ਸਾਹਿਬ ਨੇ ਮਨਾ ਕਰ ਦਿੱਤਾ, ਕਿਹਾ ਕਿ ਮੈਂ ਪਹਿਲਾਂ ਇੱਕ ਵਾਰ ਜਾ ਕੇ ਗਲਤੀ ਕਰ ਚੁੱਕਾ ਹਾਂ ਤੇ ਹੁਣ ਮੈਂ ਦੁਬਾਰਾ ਗਲਤੀ ਨਹੀਂ ਕਰਨਾ ਚਾਹੁੰਦਾ। ਉਹ ਵਾਪਿਸ ਫਿਰ ਪੀਰ ਸਾਹਿਬ ਦੇ ਕੋਲ ਗਏ ਅਤੇ ਕਿਹਾ ਕਿ ਉਹਨਾਂ ਨੇ ਆਉਣ ਤੋਂ ਮਨਾ ਕਰ ਦਿੱਤਾ। ਪੀਰ ਨੇ ਕਿਹਾ ਕਿ ਜਿਵੇਂ ਮਰਜ਼ੀ ਕਰੋ, ਮਿੰਨਤਾਂ ਕਰੋ, ਤਰਲੇ ਕਰੋ, ਬਸ ਉਸ ਨੂੰ ਮੇਰੇ ਕੋਲ ਲੈ ਕੇ ਆਓ। ਉਹ ਫਿਰ ਭਾਈ ਹਰਜੀਤ ਸਿੰਘ ਜੀ ਦੇ ਕੋਲ ਗਏ ਅਤੇ ਲੈ ਜਾਣ ਦੇ ਲਈ ਜ਼ੋਰ ਪਾਉਣ ਲੱਗੇ ਅਤੇ ਕਿਹਾ ਕਿ ਪੀਰ ਸਾਹਿਬ ਦਾ ਖਾਸ ਹੁਕਮ ਹੈ। ਭਾਈ ਹਰਜੀਤ ਸਿੰਘ ਨੇ ਕਿਹਾ ਕਿ ਮੈਂ ਸੱਚੀ ਗੱਲ ਦੱਸਦਾ ਹਾਂ, ਮੈਂ ਪਿਛਲੀ ਵਾਰ ਉੱਥੇ ਗਿਆ ਸੀ ਤਾਂ ਪੀਰ ਸਾਹਿਬ ਨੂੰ ਚੱਕਰ ਆ ਕੇ ਉਹਨਾਂ ਦਾ ਸਿਰ ਫਟ ਗਿਆ ਸੀ। ਜੇ ਇਸ ਵਾਰ ਪੀਰ ਸਾਹਿਬ ਨੂੰ ਕੁਝ ਹੋ ਗਿਆ, ਤੁਸੀਂ ਸਾਰਿਆਂ ਨੇ ਮੈਨੂੰ ਫੜ ਲੈਣਾ ਹੈ, ਇਸ ਲਈ ਮੈਂ ਉੱਥੇ ਨਹੀਂ ਜਾਣਾ। ਤੀਸਰੇ ਵਾਰੀ ਫਿਰ ਪੀਰ ਸਾਹਿਬ ਨੇ ਕਿਹਾ ਕਿ ਉਸ ਨੂੰ ਗਰੰਟੀ ਦਿਓ ਕਿ ਉਹਨਾਂ ਨੂੰ ਕੋਈ ਵੀ ਕੁਝ ਨਹੀਂ ਕਹੇਗਾ, ਬਸ ਇੱਕ ਵਾਰ ਉਹ ਉਸ ਨੂੰ ਆ ਕੇ ਦਰਸ਼ਨ ਦੇ ਦੇਵੇ। ਐਨੀ ਵਾਰ ਜ਼ੋਰ ਪਾਉਣ ਤੇ ਭਾਈ ਹਰਜੀਤ ਸਿੰਘ ਨੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਅਤੇ ਉਸ ਪੀਰ ਨੂੰ ਮਿਲਣ ਦੇ ਲਈ ਚਲੇ ਗਏ। ਜਦੋਂ ਭਾਈ ਸਾਹਿਬ ਜੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਪੀਰ ਸਾਹਿਬ ਘਰ ਦੇ ਬਾਹਰ ਖੜੇ ਹੋ ਕੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਉਡੀਕ ਕਰ ਰਹੇ ਸਨ। ਸਾਰੇ ਲੋਕ ਇਹ ਦੇਖ ਕੇ ਹੈਰਾਨ ਹੋ ਗਏ। ਪੀਰ ਸਾਹਿਬ ਨੇ ਸਾਰਿਆਂ ਨੂੰ ਬਾਹਰ ਰੁਕਣ ਦੇ ਲਈ ਕਿਹਾ ਅਤੇ ਭਾਈ ਸਾਹਿਬ ਨੂੰ ਆਪਣੇ ਆਸਣ ਵਾਲੇ ਕਮਰੇ ਦੇ ਵਿੱਚ ਲੈ ਗਏ। ਉਸ ਪੀਰ ਦੇ ਬਹੁਤ ਜ਼ੋਰ ਪਾਉਣ ਤੇ ਭਾਈ ਸਾਹਿਬ ਨੂੰ ਉਸਨੇ ਆਪਣੇ ਆਸਣ ਉੱਤੇ ਬਿਠਾਇਆ। ਉਸਨੇ ਭਾਈ ਸਾਹਿਬ ਨੂੰ 10,000 ਪਾਉਂਡ ਤੇ ਇੱਕ ਤਸਬੀਹ ਭੇਟ ਕੀਤੀ। ਫਿਰ ਉਸ ਪੀਰ ਨੇ ਭਾਈ ਸਾਹਿਬ ਨੂੰ ਕਿਹਾ ਕਿ ਉਹ ਬਹੁਤ ਹੈਰਾਨ ਹੈ। ਉਸਨੇ ਦੱਸਿਆ ਕਿ ਉਸਨੇ 18 ਸਿਲੇ ਕੱਢੇ ਹੋਏ ਹਨ। ਉਸ ਕੋਲ ਹੋਰ ਵੀ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਹਨ। ਉਸ ਦੀ ਸ਼ਕਤੀ ਦੇ ਸਾਹਮਣੇ ਕੋਈ ਵੀ ਟਿਕ ਨਹੀਂ ਸਕਦਾ। ਉਸ ਮੰਤਰ ਦੀ ਸ਼ਕਤੀ ਨਾਲ ਹਰ ਇੱਕ ਨੂੰ ਬਸ ਵਿੱਚ ਕਰ ਲੈਂਦਾ ਹੈ, ਪਰ ਇੱਕ ਤੂੰ ਹੀ ਗੁਰੂ ਦਾ ਸਿੱਖ ਹੈ ਜੋ ਉਸ ਮੰਤਰ ਦੇ ਪ੍ਰਭਾਵ ਦੇ ਵਿੱਚ ਨਹੀਂ ਆਇਆ, ਸਗੋਂ ਉਸ ਦਾ ਉਲਟ ਵਾਰ ਮੇਰੇ ਤੇ ਹੀ ਪੈ ਗਿਆ। ਪੀਰ ਸਾਹਿਬ ਨੇ ਭਾਈ ਸਾਹਿਬ ਨੂੰ ਕਿਹਾ ਕਿ ਉਹਨਾਂ ਦੇ ਕੋਲ ਕਿਹੜੀ ਸ਼ਕਤੀ ਹੈ। ਭਾਈ ਸਾਹਿਬ ਨੂੰ ਕੁਝ ਵੀ ਸਮਝ ਨਹੀਂ ਲੱਗਿਆ। ਉਹਨਾਂ ਨੇ ਪੀਰ ਨੂੰ ਕਿਹਾ ਕਿ ਉਹਨਾਂ ਕੋਲ ਕੋਈ ਵੀ ਸ਼ਕਤੀ ਜਾਂ ਸ਼ੀਲਾ ਨਹੀਂ ਹੈ। ਪੀਰ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਸਭ ਕੁਝ ਆਪਣੇ ਬਾਰੇ ਦੱਸ ਦਿੱਤਾ, ਹੁਣ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਸਭ ਕੁਝ ਦੱਸ ਦੇਣ। ਭਾਈ ਸਾਹਿਬ ਨੇ ਕਿਹਾ ਕਿ ਕੋਈ ਗੱਲ ਹੈ ਹੀ ਨਹੀਂ, ਮੈਂ ਕੀ ਦੱਸਾਂ, ਕੁਝ ਵੀ ਗੁਪਤ
ਨਹੀਂ ਹੈ। ਪੀਰ ਤੇ ਜ਼ੋਰ ਪਾਉਣ ਤੇ ਭਾਈ ਸਾਹਿਬ ਨੇ ਕਿਹਾ ਕਿ ਇਹ ਸਭ ਕੁਝ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕੇ ਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਹੈ। ਭਾਈ ਸਾਹਿਬ ਨੇ ਪੀਰ ਨੂੰ ਦੱਸਿਆ ਕਿ ਉਹਨਾਂ ਨੇ 5 ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ 33 ਮਾਲਾ ਹਰ ਰੋਜ਼ ਮੂਲ ਮੰਤਰ ਦੀਆਂ ਹੋਰਨਾਂ ਬਾਣੀਆਂ ਦਾ ਨਿਤਨੇਮ ਬਣਾਇਆ ਹੋਇਆ ਹੈ। ਗੁਰੂ ਦੀ ਕਿਰਪਾ ਦੇ ਨਾਲ 3 ਵਜੇ ਅੰਮ੍ਰਿਤ ਵੇਲੇ ਉੱਠ ਕੇ 8-9 ਵਜੇ ਤੱਕ ਨਿਤਨੇਮ ਕਰਕੇ ਗੁਰੂ ਘਰ ਜਾ ਕੇ ਗੁਰੂ ਦੇ ਦਰਸ਼ਨ ਕਰਦਾ ਹਾਂ। ਹੋਰ ਕੋਈ ਵੀ ਰਿੱਧੀ ਜਾਂ ਸਿੱਧੀ ਹੋਰ ਕੋਈ ਮੰਤਰ ਨਹੀਂ ਕੱਢਿਆ। ਉਸ ਸਮੇਂ ਪੀਰ ਨੇ ਭਾਈ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਸਜਦਾ ਕੀਤਾ। ਉਸ ਪੀਰ ਨੇ ਭਾਈ ਸਾਹਿਬ ਨੂੰ ਕਿਹਾ ਕਿ ਧੰਨ ਹੈ ਤੂੰ ਜਿਸ ਨੇ ਆਪਣੇ ਗੁਰੂ ਦੇ ਮੂਲ ਮੰਤਰ ਦੀ ਸਾਧਨਾ ਕੀਤੀ, ਪਰ ਤੇਰੇ ਅੰਦਰ ਬਹੁਤ ਹੀ ਜ਼ਿਆਦਾ ਸ਼ਕਤੀ ਹੈ। ਇੰਨੀ ਜ਼ਿਆਦਾ ਸ਼ਕਤੀ ਹੈ ਕਿ ਤੇਰੇ ਅੱਗੇ ਵੱਡੇ ਵੱਡੇ ਪੀਰ ਵੀ ਝੁਕ ਜਾਣਗੇ, ਪਰ ਇਸ ਦੇ ਬਾਵਜੂਦ ਵੀ ਤੁਸੀਂ ਇੱਕ ਸਾਦੀ ਜ਼ਿੰਦਗੀ ਬਤੀਤ ਕਰ ਰਹੇ ਹੋ। ਤੁਹਾਡੇ ਉੱਤੇ ਗੁਰੂ ਦੀ ਕਿਰਪਾ ਹੈ। ਭਾਈ ਸਾਹਿਬ ਚੁੱਪਚਾਪ ਉੱਠ ਕੇ ਬਾਹਰ ਆ ਗਏ। ਭਾਈ ਸਾਹਿਬ ਨੇ ਦੱਸਿਆ ਹੈ ਕਿ 20 ਸਾਲ ਹੋ ਗਏ ਹਨ, ਮੁੜ ਕੇ ਉਹ ਪੀਰ ਅਮਰੀਕਾ ਨਹੀਂ ਆਇਆ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।